ਕੈਨੇਡੀਅਨ 에ਅਰ ਟਰਾਂਸਪੋਰਟ ਸਿਕਿਉਰਿਟੀ ਅਥਾਰਟੀ ਵੱਲੋਂ ਕੁਝ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਜੋ ਕੈਨੇਡਾ ਦੇ 15 ਏਅਰਪੋਰਟਾਂ ਤੇ ਲਾਗੂ ਹੋਣਗੇ, ਜਿਨ੍ਹਾਂ ਵਿੱਚੋਂ ਸਭ ਤੋਂ ਅਹਿਮ ਟੈਂਪਰੇਚਰ ਚੈੱਕ ਕਰਨਾ ਲਾਜ਼ਮੀ ਕੀਤਾ ਗਿਆ। ਹਾਲਾਂਕਿ ਬੀਤੇ ਮਹੀਨਿਆਂ ਤੋਂ ਹੀ ਕਾਫੀ 에ਅਰਲਾਈਨਸ ਵੱਲੋਂ ਯਾਤਰੀਆਂ ਨੂੰ ਜਹਾਜ਼ 'ਚ ਬਿਠਾਉਣ ਤੋਂ ਪਹਿਲਾਂ ਉਹਨਾਂ ਦਾ ਟੈਂਪਰੇਚਰ ਚੈੱਕ ਕੀਤਾ ਜਾਂਦਾ ਹੈ। ਅਥਾਰਟੀ ਵੱਲੋਂ ਜਾਰੀ ਕੀਤੇ ਗਏ ਬਿਆਨ ਦੱਸਿਆ ਗਿਆ ਕਿ ਹੁਣ ਯਾਤਰੀਆਂ ਦਾ ਟੈਂਪਰੇਚਰ ਚੈੱਕ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਵਿੱਚ ਕੈਨੇਡਾ ਦੇ ਵੱਡੇ 4 ਏਅਰਪੋਰਟ ਵੀ ਸ਼ਾਮਲ ਨੇ, ਜਿਸ ਵਿੱਚ ਟੋਰਾਂਟੋ ਪੀਅਰਸਨ ਏਅਰਪੋਰਟ, ਵੈਨਕੂਵਰ, ਕੈਲਗਰੀ ਅਤੇ ਮੌਂਟਰੀਅਲ ਦੇ ਏਅਰਪੋਰਟ ਵੀ ਸ਼ਾਮਲ ਨੇ। ਇਸ ਤੋਂ ਇਲਾਵਾ ਹੈਲੀਫੈਕਸ, ਕਿਊਬਿਕ ਸਿਟੀ, ਟੋਰਾਂਟੋ ਦੇ ਬਿਲੀ ਬਿਸ਼ਪ, ਵਿਨੀਪੈਗ, ਰਜ਼ਾਈਨਾ, ਸਸਕਾਤੂਨ ਤੇ ਐਡਮੰਟਨ, ਕਲੋਨਾ ਅਤੇ ਵਿਕਟੋਰੀਆ ਦੇ ਏਅਰਪੋਰਟ ਵੀ ਸ਼ਾਮਲ ਕੀਤੇ ਗਏ ਨੇ, ਜਿੱਥੇ ਟੈਂਪਰੇਚਰ ਚੈੱਕ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਅਥਾਰਟੀ ਨੇ ਦੱਸਿਆ ਕਿ ਜੇਕਰ ਯਾਤਰੀਆਂ ਦਾ ਟੈਂਪਰੇਚਰ 38 ਸੈਲਸੀਅਸ ਤੋਂ ਘੱਟ ਹੋਵੇਗਾ ਤਾਂ ਉਹਨਾਂ ਨੂੰ ਜਹਾਜ਼ ਵਿੱਚ ਬੈਠਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ ਅਤੇ ਜੇਕਰ ਕਿਸੇ ਦਾ ਇਸ ਤੋਂ ਟੈਂਪਰੇਚਰ ਵੱਧ ਪਾਇਆ ਜਾਂਦਾ ਤਾਂ ਉਸ ਨੂੰ 10 ਮਿੰਟ ਉਡੀਕ ਕਰਨ ਲਈ ਕਿਹਾ ਜਾਵੇਗਾ ਅਤੇ ਉਸ ਤੋਂ ਬਾਅਦ ਉਸ ਦਾ ਮੈਡੀਕਲ ਚੈੱਕਅਪ ਹੋ ਸਕਦਾ ਹੈ। ਪਰ ਇਸ ਦੇ ਨਾਲ ਹੀ ਜੇਕਰ ਉਹ ਆਪਣਾ ਮੈਡੀਕਲ ਸਰਟੀਫਿਕੇਟ ਦਿਖਾ ਦਿੰਦਾ ਤਾਂ ਉਸ ਨੂੰ ਜਾਣ ਦੀ ਇਜਾਜ਼ਤ ਵੀ ਦੇ ਦਿੱਤੀ ਜਾਵੇਗੀ। ਪਰ ਇਸ ਮੈਡੀਕਲ ਸਰਟੀਫਿਕੇਟ ਵਿੱਚ ਇਹ ਸਾਫ਼ ਹੋਣਾ ਜ਼ਰੂਰੀ ਹੈ ਕਿ ਉਹ ਕੋਵਿਡ ਦਾ ਪੀੜਤ ਨਹੀਂ ਹੈ। ਇਸ ਤੋਂ ਬਾਅਦ ਜੇਕਰ ਦੂਜੀ ਵਾਰ ਵੀ ਯਾਤਰੀ ਦਾ ਟੈਂਪਰੇਚਰ ਵੱਧ ਪਾਇਆ ਗਿਆ ਜਾਂ ਫਿਰ ਦੂਜੀ ਵਾਰ ਯਾਤਰੀ ਨੇ ਟੈਂਪਰੇਚਰ ਚੈੱਕ ਕਰਾਉਣ ਤੋਂ ਨਾ ਕਰ ਦਿੱਤੀ ਤਾਂ ਉਸ ਨੂੰ ਜਹਾਜ਼ ਵਿੱਚ ਨਹੀਂ ਬੈਠਣ ਦਿੱਤਾ ਜਾਵੇਗਾ। ਅਥਾਰਟੀ ਨੇ ਦੱਸਿਆ ਕਿ ਕਿਸੇ ਵੀ ਯਾਤਰੀ ਦਾ ਟੈਂਪਰੇਚਰ ਤੀਜੀ ਵਾਰ ਚੈੱਕ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਥਾਰਟੀ ਨੇ ਦੱਸਿਆ ਕਿ ਜੇਕਰ ਕਿਸੇ ਯਾਤਰੀ ਦਾ ਟੈਂਪਰੇਚਰ ਜ਼ਿਆਦਾ ਪਾਇਆ ਗਿਆ ਤਾਂ ਉਸ ਤੋਂ ਬਾਅਦ ਉਸ ਨੂੰ 14 ਦਿਨ ਤੱਕ ਕਿਸੇ ਵੀ ਏਅਰਪੋਰਟ ਦੇ ਇਲਾਕੇ ਦੇ ਵਿੱਚ ਵੜਨ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਉਹ ਅਜਿਹਾ ਕਰਦਾ ਤਾਂ ਉਸ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੈਨੇਡਾ ਦੇ ਏਅਰਪੋਰਟਾਂ ਤੇ ਮਾਸਕ ਪਾਉਣਾ ਜਾਂ ਫਿਰ ਮੂੰਹ ਨੂੰ ਢੱਕਣਾ ਵੀ ਲਾਜ਼ਮੀ ਕੀਤਾ ਗਿਆ। ਹਾਲਾਂਕਿ 2 ਸਾਲ ਤੋਂ ਘੱਟ ਜਾਂ ਫਿਰ ਕੁਝ ਮੈਡੀਕਲ ਕਾਰਨਾਂ ਕਰਕੇ ਕੁਝ ਲੋਕਾਂ ਨੂੰ ਇਸ ਵਿੱਚ ਛੋਟ ਦਿੱਤੀ ਗਈ ਹੈ, ਬਾਕੀ ਸਭ ਲਈ ਮੂੰਹ ਢੱਕਣਾ ਲਾਜ਼ਮੀ ਹੋਵੇਗਾ। ਹਾਲਾਂਕਿ ਇਹਨਾਂ ਵਿੱਚੋਂ ਪਹਿਲਾਂ ਹੀ ਕਾਫੀ ਨਿਯਮ ਲਾਗੂ ਕੀਤੇ ਗਏ ਨੇ ਅਤੇ 에ਅਰਲਾਈਨਸ ਵੱਲੋਂ ਟੈਂਪਰੇਚਰ ਵੀ ਚੈੱਕ ਕੀਤਾ ਜਾ ਰਿਹਾ ਸੀ ਅਤੇ ਲੋਕਾਂ ਵੱਲੋਂ ਮਾਸਕ ਵੀ ਪਾਏ ਜਾ ਰਹੇ ਸਨ, ਪਰ ਹੁਣ ਇਸ ਨੂੰ ਏਅਰਪੋਰਟ ਅਥਾਰਟੀ ਵੱਲੋਂ ਲਾਜ਼ਮੀ ਕੀਤਾ ਗਿਆ। ਯੂਰਪ ਦੀਆਂ 1 ਦਰਜਨ ਤੋਂ ਵੱਧ 에ਅਰਲਾਈਨਸ ਨੇ ਇਕੱਠੇ ਹੋ ਕੇ ਕੈਨੇਡਾ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ 에ਅਰਲਾਈਨਸ ਨੇ ਮੰਗ ਕੀਤੀ ਹੈ ਕਿ ਕੈਨੇਡਾ ਵੱਲੋਂ ਕੋਰੋਨਾ ਵਾਇਰਸ ਕਾਰਨ ਅੰਤਰਰਾਸ਼ਟਰੀ ਯਾਤਰਾ ਤੇ ਲਾਈਆਂ ਗਈਆਂ ਪਾਬੰਦੀਆਂ ਤੁਰੰਤ ਹਟਾਈਆਂ ਜਾਣ ਤੇ ਯਾਤਰਾ ਨੂੰ ਮੁੜ ਬਹਾਲ ਕੀਤਾ ਜਾਵੇ। ਇਸ ਚਿੱਠੀ ਵਿੱਚ 에ਅਰਲਾਈਨਸ ਨੇ ਜ਼ਿਕਰ ਕੀਤਾ ਕਿ ਯੂਰਪੀਅਨ ਸੰਘ ਵੱਲੋਂ ਅਜਿਹੇ ਕਈ ਕਦਮ ਚੁੱਕੇ ਗਏ ਨੇ ਜਿਸ ਤੋਂ ਬਾਅਦ ਲੋਕਾਂ ਨੂੰ ਯਾਤਰਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ 에ਅਰਲਾਈਨਸ ਇੰਡਸਟਰੀ ਨੂੰ ਵੀ ਹੁਲਾਰਾ ਮਿਲ ਰਿਹਾ ਹੈ। ਪਰ ਕੈਨੇਡਾ ਵੱਲੋਂ ਹਾਲੇ ਵੀ ਲਗਾਤਾਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ, ਜਿਸ ਨਾਲ ਯੂਰਪ ਅਤੇ ਕੈਨੇਡਾ ਦਰਮਿਆਨ ਯਾਤਰਾ ਕਰਨ ਵਾਲੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਵੱਲੋਂ ਸਿਟੀਜ਼ਨ, ਪੀਆਰ ਅਤੇ ਕਾਮਿਆਂ ਨੂੰ ਛੱਡ ਕੇ ਬਾਕੀ ਸਾਰੇ ਗੈਰ ਜ਼ਰੂਰੀ ਯਾਤਰਾ ਅਤੇ ਗੈਰ ਨਾਗਰਿਕਾਂ ਬਾਰੇ ਆਪਣੀਆਂ ਸਰਹੱਦਾਂ ਬੰਦ ਕੀਤੀਆਂ ਗਈਆਂ ਨੇ, ਜਿਸ ਤੋਂ ਬਾਅਦ 에ਅਰਲਾਈਨਸ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। 에ਅਰਲਾਈਨਸ ਨੇ ਮੰਗ ਕੀਤੀ ਹੈ ਕਿ ਕੈਨੇਡਾ ਦਾ 14 ਦਿਨ ਦਾ ਇਕਾਂਤਵਾਸ ਦਾ ਨਿਯਮ ਹਾਲੇ ਤੱਕ ਵੀ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ, ਜਿਸ ਕਾਰਨ ਲੋਕ ਯਾਤਰਾ ਨਹੀਂ ਕਰਨਾ ਚਾਹੁੰਦੇ। ਇਸ ਤੋਂ ਇਲਾਵਾ 에ਅਰਲਾਈਨਸ ਨੇ ਮੰਗ ਕੀਤੀ ਹੈ ਕਿ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਵੀ ਕੈਨੇਡਾ 'ਚ ਸਫ਼ਰ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਚਿੱਠੀ ਨੂੰ ਲਿਖਣ ਵਿੱਚ ਵੱਡੀਆਂ 에ਅਰਲਾਈਨਸ ਵੀ ਸ਼ਾਮਲ ਨੇ, ਜਿਸ ਵਿੱਚ 에ਅਰ ਫਰਾਂਸ, KLM, ਜਰਮਨੀ ਦੀ ਲਫਤਾਂਜ਼ਾ ਅਤੇ ਹੋਰ 에ਅਰਲਾਈਨਸ ਨੇ ਵੀ ਮਿਲ ਕੇ ਇਸ ਚਿੱਠੀ ਵਿੱਚ ਆਪਣੀ ਮੰਗ ਰੱਖੀ ਹੈ। ਇੱਥੇ ਜ਼ਿਕਰਯੋਗ ਹੈ ਕਿ ਯੂਰਪ ਦੇ ਕੁਝ ਮੁਲਕਾਂ ਵਿੱਚ ਕੁਆਰੰਟਾਈਨ ਕਰਨ ਦੇ ਨਿਯਮ ਹਟਾ ਦਿੱਤੇ ਗਏ ਨੇ, ਜਦਕਿ ਇੰਗਲੈਂਡ ਨੇ ਵੀ ਸਿਰਫ ਕੁਝ ਮੁਲਕਾਂ ਲਈ ਹੀ ਕੁਆਰੰਟਾਈਨ ਕਰਨਾ ਲਾਜ਼ਮੀ ਰੱਖਿਆ ਗਿਆ ਹੈ। ਅਜਿਹੇ ਵਿੱਚ ਕੈਨੇਡਾ ਤੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਵੱਲੋਂ ਵੀ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣ ਜਿਸ ਕਾਰਨ ਅੰਤਰਰਾਸ਼ਟਰੀ ਯਾਤਰਾ ਮੁੜ ਸ਼ੁਰੂ ਹੋ ਸਕੇ ਅਤੇ 에ਅਰਲਾਈਨਸ ਇੰਡਸਟਰੀ ਨੂੰ ਥੋੜ੍ਹਾ ਹੁਲਾਰਾ ਮਿਲ ਸਕੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਚੋਣਾਂ ਨੂੰ ਲੈ ਕੇ ਇੱਕ ਸੁਝਾਅ ਦਿੱਤਾ ਹੈ, ਜਿਸ ਤੋਂ ਬਾਅਦ ਉਹਨਾਂ ਦੀ ਆਲੋਚਨਾ ਸ਼ੁਰੂ ਹੋ ਗਈ ਹੈ। ਟਰੰਪ ਨੇ ਇਹ ਸੁਝਾਅ ਟਵੀਟ ਕਰਕੇ ਦਿੱਤਾ ਹੈ। ਟਰੰਪ ਨੇ ਟਵੀਟ ਕਰਕੇ ਕਿਹਾ ਕਿ ਅਮਰੀਕਾ ਦੀਆਂ ਚੋਣਾਂ ਨੂੰ ਫਿਲਹਾਲ ਟਾਲ ਦੇਣਾ ਚਾਹੀਦਾ ਹੈ। ਜਦ ਤੱਕ ਲੋਕ ਘਰੋਂ ਨਿਕਲਣਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਉਦੋਂ ਤੱਕ ਇਹ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ। ਇੱਥੇ ਦੱਸਣਯੋਗ ਹੈ ਕਿ ਚੋਣਾਂ ਵਿੱਚ ਹੁਣ 100 ਦਿਨ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਅਤੇ ਇਸੇ ਸਾਲ 3 ਨਵੰਬਰ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਵੋਟਾਂ ਪੈਣਗੀਆਂ, ਜਿਨ੍ਹਾਂ ਵੋਟਾਂ ਨੂੰ ਟਰੰਪ ਨੇ ਟਾਲਣ ਦਾ ਸੁਝਾਅ ਦਿੱਤਾ ਹੈ। ਟਰੰਪ ਨੇ ਆਪਣੇ ਟਵੀਟ 'ਚ ਕਿਹਾ ਕਿ ਮੇਲ ਵੋਟਿੰਗ ਨਾਲ ਵੋਟਾਂ ਵਿੱਚ ਵੱਡਾ ਘੁਟਾਲਾ ਹੋਵੇਗਾ, ਕਿਉਂਕਿ ਕਰੋਨਾ ਵਾਇਰਸ ਦੇ ਕਾਰਨ ਲੋਕ ਖੁਦ ਘਰੋਂ ਘੱਟ ਨਿਕਲਣਗੇ ਅਤੇ ਮੇਲ ਦੁਆਰਾ ਵੋਟ ਪਾਉਣ ਨੂੰ ਜ਼ਿਆਦਾ ਤਰਜੀਹ ਦੇਣਗੇ, ਜਿਸ ਕਾਰਨ ਇਹ ਚੋਣਾਂ ਇਤਿਹਾਸ ਦੀਆਂ ਸਭ ਤੋਂ ਘੁਟਾਲੇ ਵਾਲੀਆਂ ਚੋਣਾਂ ਸਾਬਤ ਹੋਣਗੀਆਂ ਅਤੇ ਇਸ ਲਈ ਅਮਰੀਕਾ ਨੂੰ ਬੇਹੱਦ ਸ਼ਰਮਿੰਦਾ ਹੋਣਾ ਪਵੇਗਾ। ਇਸ ਕਰਕੇ ਇਹ ਚੋਣਾਂ ਨੂੰ ਟਾਲ ਦਿੱਤਾ ਜਾਣਾ ਚਾਹੀਦਾ ਹੈ ਜਦੋਂ ਤੱਕ ਲੋਕ ਵੋਟ ਕਰਨ ਲਈ ਘਰੋਂ ਨਿਕਲਣਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਹਾਲਾਂਕਿ ਇੱਥੇ ਦੱਸਣਯੋਗ ਹੈ ਕਿ ਟਰੰਪ ਕੋਲ ਅਜਿਹੀ ਕੋਈ ਤਾਕਤ ਨਹੀਂ ਹੈ ਜਿਸ ਨਾਲ ਉਹ ਵੋਟਾਂ ਨੂੰ ਟਾਲ ਸਕਦੇ ਨੇ।
ਜੇਕਰ ਕਾਂਗਰਸ ਦੇ ਦੋਨੇ ਸਦਨ ਇਸ ਗੱਲ ਤੇ ਸਹਿਮਤੀ ਜਤਾ ਕੇ ਮਤਾ ਪਾਸ ਕਰਦੇ ਨੇ ਤਾਂ ਅਮਰੀਕਾ ਦੀਆਂ ਚੋਣਾਂ ਢਾਲੀਆਂ ਜਾ ਸਕਦੀਆਂ ਨੇ। ਪਰ ਟਰੰਪ ਕੋਲ ਅਜਿਹੀ ਸਿੱਧੀ ਕੋਈ ਤਾਕਤ ਨਹੀਂ ਹੈ ਜਿਸ ਕਾਰਨ ਉਹ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਢਾਲ ਸਕਦੇ ਨੇ। ਪਰ ਉਹਨਾਂ ਦੇ ਇਸ ਸੁਝਾਅ ਤੋਂ ਬਾਅਦ ਉਹਨਾਂ ਦੀ ਆਲੋਚਨਾ ਸ਼ੁਰੂ ਹੋ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਹੁਣ ਤੱਕ ਏਜੰਸੀਆਂ ਨੇ ਕਈ ਸਰਵੇ ਕੀਤੇ ਨੇ ਤੇ ਇਹਨਾਂ ਸਾਰਿਆਂ ਸਰਵੇਆਂ ਵਿੱਚ ਫਿਲਹਾਲ ਟਰੰਪ ਪਿਛੜਦੇ ਦਿਖਾਈ ਦੇ ਰਹੇ ਨੇ। ਅਮਰੀਕਾ 'ਚ ਕੋਰੋਨਾ ਵਾਇਰਸ ਨੇ ਭਾਰੀ ਤਬਾਹੀ ਮਚਾਈ ਹੈ ਅਤੇ ਇਸ ਨਾਲ ਨਜਿੱਠਣ ਵਿੱਚ ਫੇਲ ਸਾਬਤ ਹੋਣ ਤੋਂ ਬਾਅਦ ਟਰੰਪ ਦੀ ਸਿਆਸੀ ਹਾਲਤ ਕਾਫੀ ਪਤਲੀ ਦਿਖਾਈ ਦੇ ਰਹੀ ਹੈ ਅਤੇ ਉਸ ਤੋਂ ਬਾਅਦ ਅਮਰੀਕਾ 'ਚ ਹੋਏ ਅਮਰੀਕੀ ਭਾਈਚਾਰੇ ਦੇ ਵਿਰੋਧ ਪ੍ਰਦਰਸ਼ਨਾਂ ਨੇ ਵੀ ਟਰੰਪ ਦੀ ਮਕਬੂਲੀਅਤ ਤੇ ਕਾਫੀ ਡੂੰਘਾ ਅਸਰ ਪਾਇਆ, ਜਿਸ ਕਾਰਨ ਟਰੰਪ ਆਪਣੇ ਵਿਰੋਧੀ ਜੋ ਬਾਈਡਨ ਤੋਂ ਕਾਫੀ ਪਿਛੜਦੇ ਦਿਖਾਈ ਦੇ ਰਹੇ ਨੇ। ਅਤੇ ਉਸ ਤੋਂ ਬਾਅਦ ਹੁਣ ਟਰੰਪ ਦੇ ਚੋਣਾਂ ਟਾਲਣ ਦੇ ਬਿਆਨ ਨੂੰ ਇਸ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਕਿ ਫਿਲਹਾਲ ਉਹ ਆਪਣੇ ਪ੍ਰਚਾਰ ਲਈ ਹੋਰ ਸਮਾਂ ਚਾਹੁੰਦੇ ਨੇ, ਜਿਸ ਨਾਲ ਉਹ ਦੁਬਾਰਾ ਆਪਣੀ ਲੋਕਪ੍ਰਿਯਤਾ ਨੂੰ ਬਹਾਲ ਕਰ ਸਕਣ। ਮਾਹਰਾਂ ਦਾ ਮੰਨਣਾ ਕਿ ਆਉਣ ਵਾਲੇ ਦਿਨਾਂ ਵਿੱਚ ਟਰੰਪ ਇਸ ਸੁਝਾਅ ਤੇ ਹੋਰ ਵੀ ਜ਼ੋਰ ਦੇ ਸਕਦੇ ਨੇ, ਕਿਉਂਕਿ ਟਰੰਪ ਨੇ ਆਪਣੇ ਇਸ ਕੀਤੇ ਟਵੀਟ ਨੂੰ ਪਿੰਨ ਕੀਤਾ ਹੋਇਆ ਤਾਂ ਕਿ ਜਦੋਂ ਵੀ ਕੋਈ ਟਵਿੱਟਰ ਖਾਤਾ ਖੋਲ੍ਹੇਗਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਟਰੰਪ ਦਾ ਇਹੀ ਸੁਝਾਅ ਦਿਖਾਈ ਦੇਵੇਗਾ, ਜਿਸ ਤੋਂ ਬਾਅਦ ਲੱਗ ਰਿਹਾ ਕਿ ਟਰੰਪ ਇਸ ਨੂੰ ਆਪਣੀ ਕੈਂਪੇਨ ਦਾ ਹਿੱਸਾ ਬਣਾਉਣ ਜਾ ਰਹੇ ਨੇ। ਟਿਕਟੌਕ ਦਾ ਬੁਰਾ ਦੌਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਪਹਿਲਾਂ ਟਿਕਟੌਕ ਤੇ ਭਾਰਤ ਨੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਸੀ, ਜਿੱਥੇ ਕਰੋੜਾਂ ਲੋਕ ਇਸ ਦੀ ਵਰਤੋਂ ਕਰਦੇ ਸਨ। ਉਸ ਤੋਂ ਬਾਅਦ ਆਸਟ੍ਰੇਲੀਆ ਵਿੱਚ ਵੀ ਇਸ ਨੂੰ ਬੈਨ ਕਰਨ ਦੀਆਂ ਸੁਰਾਂ ਉੱਠੀਆਂ ਸਨ। ਉਸ ਤੋਂ ਬਾਅਦ ਅਮਰੀਕਾ ਵਿੱਚ ਵੀ ਸਰਕਾਰੀ ਮੁਲਾਜ਼ਮਾਂ ਤੇ ਟਿਕਟੌਕ ਨੂੰ ਚਲਾਉਣ ਦੀ ਪਾਬੰਦੀ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਹੁਣ ਅਮਰੀਕਾ ਤੇ ਸਿਆਸਤਦਾਨ ਵੀ ਟਿਕਟੌਕ ਦੇ ਖਿਲਾਫ ਹੋ ਗਏ ਨੇ। ਅਮਰੀਕਾ ਦੇ ਕੁਝ ਸੰਸਦ ਮੈਂਬਰਾਂ ਨੇ ਚਿੰਤਾ ਜਤਾਈ ਹੈ ਕਿ ਟਿਕਟੌਕ ਕਾਰਨ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਪ੍ਰਭਾਵਿਤ ਹੋ ਸਕਦੀਆਂ ਨੇ। ਅਮਰੀਕਾ 'ਚ ਇਸ ਸਾਲ 3 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ 'ਚ 100 ਤੋਂ ਵੀ ਘੱਟ ਦਿਨ ਰਹਿ ਗਏ ਨੇ। ਅਜਿਹੇ ਸਮੇਂ ਕਈ ਚੋਟੀ ਦੇ ਰਿਪਬਲਿਕਨ ਐਮਪੀਜ਼ ਨੇ ਚੋਣ ਵਿੱਚ ਚੀਨੀ ਸੋਸ਼ਲ ਮੀਡੀਆ ਐਪ ਟਿਕਟੌਕ ਦੀ ਭੂਮਿਕਾ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਖਦਸ਼ਾ ਪ੍ਰਗਟ ਕੀਤਾ ਕਿ ਚੀਨ ਇਸ ਨਵੇਂ ਐਪ ਦੀ ਵਰਤੋਂ ਨਾਲ ਚੋਣ ਨੂੰ ਪ੍ਰਭਾਵਿਤ ਕਰੇਗਾ। ਇਸ ਤੋਂ ਪਹਿਲਾਂ ਅਮਰੀਕੀ ਖੁਫੀਆ ਏਜੰਸੀ ਨੇ ਵੀ ਚੇਤਾਵਨੀ ਦਿੱਤੀ ਸੀ ਕਿ ਚੋਣ ਵਿੱਚ ਚੀਨ, ਰੂਸ ਤੇ ਈਰਾਨ ਦਖਲ ਦੇ ਸਕਦੇ ਨੇ। ਟਿਕਟੌਕ ਸੰਬੰਧੀ ਚਿੰਤਾ ਨੂੰ ਲੈ ਕੇ ਘੱਟੋ-ਘੱਟ 7 ਐਮਪੀਆਂ ਨੇ ਦੇਸ਼ ਦੀ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਨੂੰ ਚਿੱਠੀ ਲਿਖੀ ਹੈ ਅਤੇ ਇਸ ਚਿੱਠੀ ਵਿੱਚ ਉਹਨਾਂ ਨੇ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਅਮਰੀਕੀ ਚੋਣਾਂ ਦੀ ਸੁਰੱਖਿਆ ਅਤੇ ਨਿਰਪੱਖਤਾ ਨੂੰ ਬਣਾਈ ਰੱਖਣ ਲਈ ਸਹੀ ਦਿਸ਼ਾ 'ਚ ਕਦਮ ਚੁੱਕੇ ਨੇ, ਪਰ ਉਹਨਾਂ ਨੂੰ ਚੀਨੀ ਐਪ ਟਿਕਟੌਕ 'ਤੇ ਵੀ ਨਜ਼ਰ ਰੱਖਣੀ ਪਵੇਗੀ। ਉਹਨਾਂ ਇਸ ਪੱਤਰ 'ਚ ਲਿਖਿਆ ਕਿ ਟਿਕਟੌਕ ਰਾਹੀਂ ਕਮਿਊਨਿਸਟ ਪਾਰਟੀ ਸਾਡੀ ਚੋਣ ਵਿੱਚ ਦਖਲ ਦੇਣ ਅਤੇ ਆਪਣੀਆਂ ਮੁਹਿੰਮਾਂ ਨੂੰ ਅੰਜਾਮ ਦੇਣ 'ਚ ਸਮਰੱਥ ਹੋ ਸਕਦੀ ਹੈ, ਜਿਸ ਕਾਰਨ ਇਸ ਦੀ ਨਜ਼ਰਸਾਨੀ ਬੇਹੱਦ ਜ਼ਰੂਰੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।